ਕਿਰਤੀ ਲੋਕ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਅਰਮਾਨ ਧਾਲੀਵਾਲ। ਪਟਿਆਲਾ ਦੇ ਵਿੱਚ ਪਿਛਲੇ 3 ਦਿਨ ਤੋਂ ਕਿਸਾਨ ਜੁਟੇ ਹੋਏ ਸੀ, ਇੱਥੇ ਧਰਨਾ ਲਗਾਇਆ ਹੋਇਆ ਸੀ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ। ਅੱਜ ਕੁਛ ਨਾ ਕੁਛ ਫੈਸਲਾ ਹੋਇਆ ਹੈ। ਕੀ ਹੈ ਉਹ ਸਾਰਾ ਫੈਸਲਾ, ਉਹਨੇ ਜਾਣਨ ਲਈ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਖਦੇਵ ਸਿੰਘ ਢਿੱਲੋਂ, ਜੋ ਪੰਜਾਬ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ। ਕੀ ਫੈਸਲਾ ਹੋਇਆ ਜੀ ਅੱਜ ਦੇ ਧਰਨੇ ਤੋਂ ਲੈ ਕੇ? ਉਸ ਤੋਂ ਬਾਅਦ ਪ੍ਰਸ਼ਾਸਨ ਆਇਆ ਸੀਗਾ ਇੱਥੇ। ਸਾਡੇ ਕੋਲੇ ਪ੍ਰਸ਼ਾਸਨ ਆਇਆ ਸੀ ਤੇ ਸਾਨੂੰ ਉਹਨਾਂ ਨੇ ਹੁਣ ਸੱਦਾ ਪੱਤਰ ਦਿੱਤਾ ਹੈਗਾ। ਵਿਜੇਂਦਰ ਸਿੰਗਲਾ ਜੀ ਜਿਹੜੇ ਸਾਡੇ ਕੇ ਚੇਅਰਮੈਨ ਨੇਗੇ, ਇਹਨਾਂ ਨੇ ਇੱਕ ਸਾਡੀ ਪਹਿਲਾਂ ਜਦੋਂ ਮੀਟਿੰਗ ਹੋਈ ਹੈ ਇੱਕ ਕਮੇਟੀ ਕਾਂਸਟੀਚਿਊਟ ਕੀਤੀ ਸੀ। ਉਹ ਕਮੇਟੀ ਦੇ ਚੇਅਰਮੈਨ ਜਿਹੜੇ ਸੀਗੇ ਉਹ ਸ੍ਰੀ ਵਿਜੇਂਦਰ ਸਿੰਗਲਾ ਜੀ ਕੈਬਨਿਟ ਮਿਨਿਸਟਰ ਸੀ, ਤੇ ਉਹਨਾਂ ਦੇ ਨਾਲ ਸ੍ਰੀ ਅਨੂਰੁੱਧ ਤਿਵਾੜੀ ਜੀ ਪ੍ਰਿੰਸੀਪਲ ਸੈਕਟਰੀ, ਤੇ ਉਹਨਾਂ ਦੇ ਨਾਲ ਹੀ ਸਪੈਸ਼ਲ ਸੈਕਟਰੀ ਜਿਹੜੇ ਸੀਗੇ ਵਿਸ਼ਵਜੀਤ ਖੰਨਾ ਜੀ ਦੀ ਡਿਊਟੀ ਲਾਈ ਸੀ, ਤੇ ਉਹਨਾਂ ਦੇ ਨਾਲ NHAI ਦੇ ਐਡਵਾਈਜ਼ਰ ਜਿਹੜੇ ਨੇਗੇ ਕਾਹਨ ਸਿੰਘ ਪੰਨੂ ਜੀ ਸੀਗੇ, ਤੇ ਉਹਨਾਂ ਦੇ ਨਾਲ ਉਹਨਾਂ ਦੇ ਟੈਕਨੀਕਲ ਐਡਵਾਈਜ਼ਰ TS ਚਾਲ ਜੀ ਸੀਗੇ। ਤਾਂ ਸਾਡੀ ਉਹ ਮੀਟਿੰਗ ਜਿਹੜੀ ਹੋਈ ਸੀ ਉਹਦੇ ਵਿੱਚ ਸਾਡੇ ਕੁਝ ਮੁੱਦੇ ਜਿਹੜੇ ਸੀ ਉਹ ਅਣਸੁਲਝੇ ਰਹਿ ਗਏ ਸੀ, ਤੇ ਅਸੀਂ ਵਾਰ-ਵਾਰ ਸਰਕਾਰ ਨੂੰ ਇਹੀ ਬੇਨਤੀ ਕਰ ਰਹੇ ਸੀਗੇ ਕਿ ਤੁਸੀਂ ਸਾਡੇ ਨਾਲ ਬੈਠ ਕੇ ਇੱਕ ਮੀਟਿੰਗ ਹੋਰ ਕਰੋ, ਤਾਂ ਕਿ ਜਿਹੜੀਆਂ ਆਪਣੀਆਂ ਗੱਲਾਂ ਰਿਜ਼ੋਲਵ ਨਹੀਂ ਹੋਈਆਂ, ਜਿਹੜੇ ਇਸ਼ੂ ਰਿਜ਼ੋਲਵ ਨਹੀਂ ਹੋਏ, ਜਾਂ ਜਿਹੜੀਆਂ ਗੱਲਾਂ ਸੁਲਝਾਉਣ ਵਾਲੀਆਂ ਰਹਿ ਗਈਆਂ, ਆਪਾਂ ਉਹਨਾਂ ਨੂੰ ਬੈਠ ਕੇ ਸੁਲਝਾ ਲਈਏ, ਤੇ ਉਨੀ ਦੇਰ ਤੁਸੀਂ ਵਾੜ ਨਾ ਕਰਿਓ। ਪਰ ਸਰਕਾਰ ਆਪਣਾ ਪੱਖ ਸੋਚ ਰਹੀ ਸੀ, ਅਸੀਂ ਆਪਣਾ ਪੱਖ ਸੋਚ ਰਹੇ ਸੀ। ਜਦੋਂ ਸਰਕਾਰ ਨੇ ਸਾਨੂੰ ਕੋਈ ਰਿਸਪੌਂਸ ਨਾ ਦਿੱਤਾ ਤਾਂ ਅਸੀਂ ਫਿਰ ਅੱਕ ਕੇ ਇੱਥੇ 25 ਤਰੀਕ ਨੂੰ ਧਰਨਾ ਲਾਇਆ, ਜਿਹੜਾ ਕਿ ਅਸੀਂ ਪਛਿਆਣਾ ਚੌਂਕੀ ਭਾਖੜਾ ਦੇ ਕੋਲੇ ਆ, ਭਾਖੜਾ ਨਹਿਰ ਦੇ ਕੋਲੇ। ਉੱਥੇ ਇਹਨਾਂ ਨੇ ਸਾਨੂੰ ਰੋਕ ਲਿਆ ਤੇ ਅਸੀਂ ਉੱਥੇ ਹੀ ਸੜਕ ਦੇ ਉੱਤੇ ਧਰਨਾ ਲਾ ਦਿੱਤਾ। ਤਾਂ ਉਹ ਸਾਡਾ 25 ਨੂੰ ਚੱਲਿਆ, 26 ਨੂੰ ਚੱਲਿਆ, 2 ਦਿਨ ਅਸੀਂ ਉੱਥੇ ਧਰਨਾ ਲਾਇਆ। ਤਾਂ 26 ਨੂੰ ਸ਼ਾਮ ਨੂੰ ਸਾਨੂੰ ਡਿਪਟੀ ਕਮਿਸ਼ਨਰ ਪਟਿਆਲਾ ਨੇ ਬੁਲਾਇਆ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ, ਜਿਹੜੇ ਤੁਹਾਡੇ ਇਸ਼ੂ ਨੇ, ਜਾਂ ਸਰਕਾਰ ਦਾ ਮੀਡੀਏਟਰ ਬਣਨਾ ਚਾਹੁੰਦਾ ਤੇ ਸਰਕਾਰ ਨਾਲ ਤੁਹਾਡੀ ਗੱਲਬਾਤ ਕਰਾਉਣੀ ਚਾਹੁੰਦਾ। ਪਰ DC ਸਾਹਿਬ ਦਾ ਜਿਹੜਾ ਵਿਹਾਰ ਸੀ ਉਹ ਇੰਨਾ ਮਤਲਬ ਰੂੜ ਸੀ, ਇੰਨਾ ਕੁਰਖਤ ਸੀਗਾ ਕਿ ਉਹ ਗੱਲ ਫਿੱਟ ਨਹੀਂ ਬੈਠੀ, ਤੇ ਅਸੀਂ ਆਪਣਾ ਉੱਥੋਂ ਬੈਰੀਕੇਡ ਉਲੰਘਦੇ ਹੋਏ ਆਪਣਾ ਧਰਨਾ ਜਿਹੜਾ ਸੀਗਾ ਉਹ YPS ਚੌਕ ਦੇ ਵਿੱਚ ਸ਼ਾਮ ਨੂੰ ਲਗਾ ਲਿਆ। ਤੇ ਅੱਜ ਸਾਰਾ ਦਿਨ ਸਾਡਾ ਇੱਥੇ ਸਾਰੇ ਜ਼ਿਲ੍ਹਿਆਂ ਦਾ ਘੱਟੋ-ਘੱਟ 14 ਜ਼ਿਲ੍ਹਿਆਂ ਦੇ ਕਿਸਾਨ ਇੱਥੇ ਆਏ ਹੋਏ ਸੀਗੇ। ਉਹ 14 ਜ਼ਿਲ੍ਹਿਆਂ ਦਾ ਬਹੁਤ ਵੱਡਾ ਇਕੱਠ ਸੀਗਾ, ਘੱਟੋ-ਘੱਟ 5000 ਕਿਸਾਨ ਇੱਥੇ ਸਾਡਾ ਆਇਆ ਹੋਇਆ ਸੀ। ਤੇ ਅਸੀਂ ਸਰਕਾਰ ਨੂੰ ਸਿਰਫ ਚੇਤਾਵਨੀ ਦੇਣਾ ਚਾਹੁੰਦੇ ਸੀ। ਧਰਨਾ ਸਾਡਾ ਉਹ ਸੰਕੇਤਕ ਸੀ ਕਿ ਤੁਸੀਂ ਸਾਡੇ ਨਾਲ ਬੈਠ ਕੇ ਗੱਲਬਾਤ ਕਰ ਲਓ। ਅਸੀਂ ਗਾਂਧੀਵਾਦੀ ਤਰੀਕੇ ਅਪਣਾਏ ਹੋਏ ਨੇ, ਅਸੀਂ ਕੋਈ ਅਮਨ ਕਾਨੂੰਨ ਦੀ ਆਪਣੇ ਹੱਥ 'ਚ ਨਹੀਂ ਲੈਣਾ, ਕੋਈ ਲਾ ਐਂਡ ਆਰਡਰ ਦੀ ਸਥਿਤੀ ਨਹੀਂ ਪੈਦਾ ਕਰਨੀ। ਤੁਸੀਂ ਸਾਡੇ ਨਾਲ ਗੱਲਬਾਤ ਕਰੋ, ਸਾਡੇ ਮੁੱਦੇ ਸੁਲਝਾਓ। ਪਰ ਸਰਕਾਰ ਜਿਹੜੀ ਸੀ ਉਹ ਅਵਾਰਡ ਕਰਨ ਲਈ ਕਾਹਲੀ ਸੀ। ਸਾਡੇ ਮੁੱਦਿਆਂ ਨੂੰ ਸੁਲਝਾਏ ਤੋਂ ਬਗੈਰ ਹੀ ਉਹ ਅਵਾਰਡ ਕਰਨ ਦੀ ਕਾਹਲੀ ਕਰ ਰਹੇ ਸੀ SDM ਸਾਹਿਬਾਨ, ਔਰ ਅਸੀਂ ਉਹਨਾਂ 'ਤੇ ਇਸ ਚੀਜ਼ ਦਾ ਜ਼ੋਰ ਦੇ ਰਹੇ ਸੀ ਵੀ ਇਹ ਅਵਾਰਡ ਹੋ ਜਾਣਗੇ, ਹਫ਼ਤਾ ਲੇਟ ਹੋ ਜਾਣਗੇ, ਜੇ ਆਪਾਂ ਪਹਿਲਾਂ ਸਾਰੇ ਮੁੱਦੇ ਸੁਲਝਾ ਲਈਏ ਉਹ ਤੋਂ ਬਾਅਦ ਤੁਸੀਂ ਐਮੀਕੇਬਲੀ ਅਵਾਰਡ ਕਰ ਸਕਦੇ ਹੋ। ਤਾਂ ਫਿਰ ਅੱਜ ਜਦੋਂ ਸਾਰੇ ਇੱਥੇ ਜ਼ਿਲ੍ਹੇ ਆਏ ਹੋਏ ਸੀ, ਸਾਡੇ ਨਾਲ ਭਾਰਤ ਭੂਮੀ ਬਚਾਓ ਮੋਰਚਾ ਦੇ ਭਾਰਤ ਦੇ ਪ੍ਰਧਾਨ ਵੀ ਆਏ ਹੋਏ ਸੀ ਸ਼੍ਰੀ ਰਮੇਸ਼ ਦਲਾਲ ਜੀ, ਤੇ ਹਰਿਆਣੇ ਤੋਂ, ਗੁਜਰਾਤ ਤੋਂ, ਦਿੱਲੀ ਤੋਂ, ਰਾਜਸਥਾਨ ਤੋਂ ਬਹੁਤ ਸਾਰੇ ਕਿਸਾਨ ਸਾਡੇ ਨਾਲ ਆਏ ਹੋਏ ਸੀ। ਤਾਂ ਸ਼ਾਮ ਤੱਕ ਉਹ ਸਾਡਾ ਪ੍ਰੈਸ਼ਰ ਦੇਖਦਿਆਂ ਹੋਇਆਂ ਜਾਂ ਸਾਡਾ ਦਬਾਅ ਦੇਖਦਿਆਂ ਹੋਇਆਂ ਸਰਕਾਰ ਨੇ ਸਾਨੂੰ ਇੱਕ ਨਿਉਂਦਾ ਭੇਜਿਆ ਗਿਆ। ਸਰਕਾਰ ਨੇ ਸਾਨੂੰ ਇੱਕ ਸੱਦਾ ਪੱਤਰ ਦਿੱਤਾ ਹੈਗਾ ਕਿ ਤੁਸੀਂ 30 ਤਰੀਕ ਨੂੰ ਦੁਪਹਿਰ ਤੋਂ ਬਾਅਦ ਸ੍ਰੀ ਵਿਜੇਂਦਰ ਸਿੰਗਲਾ ਜੀ ਦੀ ਕੋਠੀ 'ਚ ਆ ਕੇ ਸਾਡੇ ਨਾਲ ਗੱਲਬਾਤ ਕਰੋ, ਤੇ ਜਿਹੜੀਆਂ ਤੁਹਾਡੀਆਂ ਰਹਿੰਦੀਆਂ ਮੰਗਾਂ ਨੇ ਆਪਾਂ ਉਹਨਾਂ ਨੂੰ ਉੱਥੇ ਬੈਠ ਕੇ ਨਜਿੱਠਾਂਗੇ। ਕਿਹੜੀਆਂ ਮੰਗਾਂ ਸਨ ਜੋ ਰਹਿ ਗਈਆਂ ਸੀ, ਜੋ ਨਹੀਂ ਮੰਨੀਆਂ ਸਰਕਾਰ ਨੇ? ਸਭ ਤੋਂ ਪਹਿਲੀ ਮੰਗ ਤਾਂ ਜੀ ਸਾਡੀ ਰੇਟ ਦੀ ਸੀ, ਤੇ ਜਿਹੜੀ ਫੇਅਰ ਕੰਪਨਸੇਸ਼ਨ ਐਕਟ ਦੀ ਧਾਰਾ 26 ਇਹ ਕਹਿੰਦੀ ਹੈਗੀ ਹੈ ਵੀ ਜਾਂ ਤਾਂ ਤੁਹਾਨੂੰ ਕਲੈਕਟਰ ਰੇਟ ਦਿੱਤਾ ਜਾਣਾ ਤੇ ਜਾਂ ਛਾਂਟ ਰੇਟ ਦਿੱਤਾ ਜਾਣਾ, ਜਿਹੜੇ ਕਿ ਦੋਨੋਂ ਬਹੁਤ ਘੱਟ ਨੇਗੇ। ਤੇ ਸਾਡੀ ਮੰਗ ਸੀ ਕਿ ਜਿਹੜੇ ਪ੍ਰਵੇਲਿੰਗ ਮਾਰਕੀਟ ਰੇਟ ਨੇ ਘੱਟੋ ਘੱਟ ਉਹ 'ਤੇ ਸਾਨੂੰ ਦਿੱਤੇ ਜਾਣ। ਤੁਹਾਡੇ ਕੋਲੇ ਆਪਣੀਆਂ ਏਜੰਸੀਆਂ ਨੇਗੀਆਂ, ਰੈਵਨਿਊ ਡਿਪਾਰਟਮੈਂਟ ਤੁਹਾਡੇ ਕੋਲੇ ਹੈਗਾ, ਤੁਸੀਂ ਉਹਦੇ ਦਾ ਹੀ ਮਾਰਕੀਟ ਰੇਟ ਜਿਹੜੇ ਚੱਲ ਰਹੇ ਨੇ ਸਾਡੇ, ਉਹ ਉਹਨਾਂ ਦਾ ਸਰਵੇ ਕਰਵਾ ਲਓ। ਉਹਨਾਂ ਦਾ ਸਰਵੇ ਕਰਵਾਉਣ ਤੋਂ ਬਾਅਦ ਜੋ ਪ੍ਰਵੇਲਿੰਗ ਮਾਰਕੀਟ ਰੇਟ ਵੱਖ-ਵੱਖ ਲੋਕੇਸ਼ਨਾਂ 'ਤੇ ਚੱਲ ਰਹੇ ਨੇਗੇ, ਉਹਨਾਂ ਨੂੰ ਤੁਸੀਂ ਮਲਟੀਪਲਾਈ ਕਰਕੇ 2 ਦੇ ਫੈਕਟਰ ਨਾਲ ਸਾਨੂੰ ਤੁਸੀਂ ਰੇਟ ਦੇ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਤੇ ਇਹ ਜਿੱਦ ਕਰ ਰਹੇ ਸੀਗੇ ਸੈਕਸ਼ਨ 26 ਦੀ, ਵੀ ਸੈਕਸ਼ਨ 26 ਦੇ ਵਿੱਚ ਜੋ ਸਾਡੇ ਕਲੈਕਟਰ ਰੇਟ ਨੇ ਜਿਹੜੇ ਕਿ ਬਹੁਤ ਹੀ ਘੱਟ ਨੇ, 6.5 ਲੱਖ ਦੇ ਕਰੀਬ ਨੇ, ਤੇ ਜਾਂ ਛਾਂਟ ਰੇਟ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਵੱਧ ਰੇਟ ਦੀਆਂ ਰਜਿਸਟਰੀਆਂ ਨੇ ਉਹਨਾਂ ਨੂੰ ਇਹ ਡਿਸਕਾਊਂਟ ਕਰ ਦਿੰਦੇ ਸੀ। ਜਿਸ ਤਰ੍ਹਾਂ ਸਾਡੇ ਸੰਤੋਖਪੁਰੇ ਦੇ ਵਾਰਡ ਦੇ ਵਿੱਚ ਇਹਨਾਂ ਨੇ 19,78,000 ਦੀ ਇੱਕ ਰਜਿਸਟਰੀ ਡਿਸਕਾਊਂਟ ਕਰ ਦਿੱਤੀ, ਤੇ ਉਹਦੇ ਨਾਲ ਘੱਟੋ ਘੱਟ 10 ਲੱਖ ਰੁਪਇਆ ਪ੍ਰਤੀ ਏਕੜ ਸਾਡਾ ਰੇਟ ਘੱਟ ਗਿਆ। ਸੋ ਸਾਡਾ ਸਭ ਤੋਂ ਪਹਿਲਾਂ ਤਾਂ ਰੇਟ ਦਾ ਮੁੱਦਾ ਸੀ। ਦੂਜਾ ਸਾਡਾ ਮੁੱਦਾ ਜਿਹੜਾ ਸੀਗਾ, ਅਸੀਂ ਇਹਨਾਂ ਨਾਲ ਗੱਲ ਕੀਤੀ ਸੀ ਵੀ ਜਿਹੜਾ ਮਲਟੀਪਲਾਇਰ ਫੈਕਟਰ ਵੀ ਦੇਣਾ, ਇਹ ਨੌਨ ਗ੍ਰੇਡਡ ਦਿਓ ਸਾਨੂੰ, ਇਹ ਅਰਬਨ ਤੇ ਰੂਰਲ ਦਾ ਦਿਓ। ਇਹਨਾਂ ਨੇ ਫਿਰ ਉਹਦੇ ਵਿੱਚ 2 ਟਰਮਾਂ ਘਸੇੜਤੀਆਂ ਕਿ ਜੀ ਜਿਹੜੇ ਕਾਰਪੋਰੇਟ ਸ਼ਹਿਰ ਨੇਗੇ, ਕਾਰਪੋਰੇਸ਼ਨ ਐਗਜ਼ਿਸਟ ਕਰ ਰਹੀ ਆ, ਉੱਥੇ ਤਾਂ ਅਸੀਂ 2 ਕਿਲੋਮੀਟਰ ਦੇ ਦਾਇਰੇ 'ਚ ਡੇਢ ਦਿਆਂਗੇ, ਤੇ ਜਿੱਥੇ ਕਾਰਪੋਰੇਸ਼ਨ ਨਹੀਂ ਉੱਥੇ 5 ਕਿਲੋਮੀਟਰ ਦੇ ਦਾਇਰੇ ਡੇਢ ਦਿਆਂਗੇ, ਉਦੋਂ ਬਾਹਰ ਅਸੀਂ 2 ਦਾ ਦੇਵਾਂਗੇ। ਸੋ ਉਹ ਵੀ ਸਾਡੀ ਇਹਨਾਂ ਨਾਲ ਗੱਲਬਾਤ ਹੋਣੀ ਹੈ ਵੀ ਤੁਸੀਂ ਇਸ ਨੂੰ ਸਿੱਧਾ ਸਾਦਾ ਰੱਖੋ,
ਤੁਸੀਂ ਕਾਰਪੋਰੇਸ਼ਨ ਦੀ ਬਾਉਂਡਰੀ ਤੋਂ ਤੇ ਮਿਊਨਿਸਪਲ ਕਮੇਟੀ ਦੀ ਬਾਉਂਡਰੀ ਤੋਂ ਨਗਰਪਾਲਿਕਾ ਦੀ ਬਾਉਂਡਰੀ ਤੋਂ ਬਾਹਰ ਜੋ ਵੀ ਜ਼ਮੀਨ ਆਉਂਦੀ ਹੈ ਉਹਨੂੰ ਸਿੱਧਾ ਤੁਸੀਂ 2 ਦਾ ਦੇਵੋ, ਕਾਰਪੋਰੇਸ਼ਨ ਵਾਲੇ ਨੂੰ 1 ਦਾ ਦੇਵੋ। ਉਹ ਤੋਂ ਬਾਅਦ ਤੀਸਰੀ ਸਾਡੀ ਸਭ ਤੋਂ ਵੱਡੀ ਮੰਗ ਜਿਹੜੀ ਸੀਗੀ ਉਹ ਤੀ ਸਾਡੀ ਖੇਤਾਂ 'ਚ ਜਾਣ ਦੀ, ਕਿ ਜਦੋਂ ਸੜਕ ਬਣੂਗੀ ਸਾਡੇ ਬਹੁਤ ਸਾਰੇ ਰਸਤੇ ਕੱਟੇ ਜਾਣਗੇ। ਤਾਂ ਜਿਹੜੇ ਸਾਡੇ ਪੱਕੀਆਂ ਰੋਡ ਨੇ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਤਹਿਤ ਰੋਡਾਂ ਨੇ ਜਾਂ ਪਿੰਡਾਂ ਨੂੰ ਜੋੜਨ ਵਾਲੀਆਂ ਰੋਡਾਂ ਨੇ, ਉੱਥੇ ਤਾਂ ਤੁਸੀਂ BJP ਦੇ ਦੋਗੇ, ਅੰਡਰਪਾਸ ਦੇ ਦੋਗੇ। ਤੇ ਪਰ ਉਹਨਾਂ ਕੱਚੇ ਰਸਤਿਆਂ 'ਤੇ ਜਿਹੜੇ 20 ਫੁੱਟ ਚੌੜੇ ਨੇ, 15 ਫੁੱਟ ਚੌੜੇ ਨੇ, ਤੁਸੀਂ ਉੱਥੇ ਕੋਈ BJP ਨਹੀਂ ਦੇਣਾ, ਕੋਈ ਅੰਡਰਪਾਸ ਨਹੀਂ ਦੇਣਾ। ਤਾਂ ਉਹ ਲੋਕ ਕਿੱਥੋਂ ਦੀ ਜਾਣਗੇ, ਕਿੱਥੋਂ ਲੰਘਣਗੇ ਆਪਣੀਆਂ ਕਮਾਨਾਂ ਲੈ ਕੇ। ਔਰ ਦੂਸਰਾ, ਤੁਸੀਂ ਜਿਹੜੀਆਂ ਸਾਨੂੰ ਸਰਵਿਸ ਰੋਡ ਵੀ ਦੇ ਰਹੇ ਹੋ, ਉਹ 12 ਫੁੱਟ ਚੌੜੀਆਂ ਦੇ ਰਹੇ ਹੋ, 18 ਫੁੱਟ ਚੌੜੀਆਂ ਦੇ ਰਹੇ ਹੋ, ਜਿਨ੍ਹਾਂ ਦੇ ਉੱਤੇ ਕੱਲ੍ਹ ਨੂੰ ਕੋਈ ਵੀ ਬੰਦਾ ਕੋਈ ਮਤਲਬ ਕਮਰਸ਼ੀਅਲ ਐਕਟੀਵਿਟੀ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਕੰਡੀਸ਼ਨਾਂ ਹੁੰਦੀਆਂ ਨੇ ਇੰਡਸਟਰੀ ਡਿਪਾਰਟਮੈਂਟ ਦੀਆਂ ਵੀ ਰੋਡ 33 ਫੁੱਟ ਚੌੜੀ ਹੋਣੀ ਚਾਹੀਦੀ ਹੈਗੀ ਹੈ, ਤਾਂ ਹੀ ਤੁਹਾਨੂੰ NOC ਮਿਲੂਗਾ, ਅਦਰਵਾਈਜ਼ ਤੁਸੀਂ ਕੋਈ ਇੰਡਸਟਰੀ ਨਹੀਂ ਲਾ ਸਕਦੇ। ਅੱਜ ਕੱਲ੍ਹ ਟੈਕਨੋਲੋਜੀ ਬੜੀ ਹਾਈ ਹੋ ਗਈ, ਵੱਡੇ ਵੱਡੇ ਟਰਾਲੇ ਆ ਗਏ, 30 40 ਟੈਰੇ ਟਰਾਲੇ ਆ ਗਏ, ਉਹ 12 ਫੁੱਟ ਰੋਡਾਂ 12 ਫੁੱਟ ਚੌੜੀਆਂ ਰੋਡਾਂ 'ਤੇ ਕਿੱਥੋਂ ਚੱਲਣਗੇ? ਇਸ ਕਰਕੇ ਸਾਨੂੰ NOC ਨਹੀਂ ਮਿਲਣਾ ਤੇ ਸਾਡੀਆਂ ਜ਼ਮੀਨਾਂ ਬੇਕਾਰ ਹੋ ਜਾਣਗੀਆਂ। ਔਰ ਦੂਸਰਾ, ਜਿਹੜੀਆਂ ਸਾਡੀਆਂ ਜ਼ਮੀਨਾਂ 2 ਫਾੜ ਹੋ ਰਹੀਆਂ ਨੇਗੀਆਂ, ਅਸੀਂ ਉਹਨਾਂ ਲਈ ਇਰੀਗੇਸ਼ਨ ਦਾ ਪ੍ਰਬੰਧ ਮੰਗਿਆ ਸੀਗਾ ਵੀ ਜਾਂ ਤਾਂ ਸਾਨੂੰ ਕਨੈਕਸ਼ਨ ਲੈ ਕੇ ਦੇਵੋ, ਜਿਹੜਾ ਸਾਡਾ ਟੁਕੜਾ ਦੂਸਰੀ ਸਾਈਡ ਹੈ, ਨਹੀਂ ਫਿਰ ਪਾਈਪਾਂ ਪਾ ਕੇ ਦੇਵੋ, ਤਾਂ ਕਿ ਸਾਡਾ ਪਾਣੀ ਦਾ ਪ੍ਰਬੰਧ ਤਾਂ ਉੱਥੋਂ ਹੋ ਜਾਵੇ। ਇਸ ਤਰ੍ਹਾਂ ਸਾਡੀਆਂ ਕਈ ਮੰਗਾਂ ਨੇਗੀਆਂ ਜਿਹੜੀਆਂ ਸਾਡੀਆਂ ਇਹਦੇ ਨਾਲ ਨੌਨ ਰਿਲੇਟਡ ਸੀਗੀਆਂ। ਤੇ ਇੱਕ ਸਾਡੀ ਨਵੀਂ ਕੈਟਾਗਰੀ ਸੀ, ਉਹ ਤੀ ਇੰਡਸਟਰੀਅਲ ਕੈਟਾਗਰੀ। ਪਹਿਲਾਂ ਜਿੰਨੀਆਂ ਵੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਰੋਡਾਂ ਚੌੜੀਆਂ ਹੋਈਆਂ ਨੇਗੀਆਂ, ਉਹਦੇ ਵਿੱਚ ਕਿਸੇ ਦੀ ਪੂਰੀ ਇੰਡਸਟਰੀ ਨਹੀਂ ਆਈ, ਕਿਸੇ ਦਾ ਪੂਰਾ ਸ਼ੈਲਰ ਨਹੀਂ ਆਇਆ। ਕਿਉਂ? ਉਹ ਜਾਂ ਤਾਂ ਸਟ੍ਰਿਪ ਰੁਕੀ ਗਈ ਹੈ, ਜੇ ਕਿਤੇ ਥੋੜ੍ਹਾ ਬਹੁਤਾ ਬਾਈਪਾਸ ਬਣਿਆ ਵੀ ਹੈ ਤਾਂ ਉਹ ਉੱਥੇ ਉਹਨਾਂ ਨੇ ਇੰਡਸਟਰੀ ਬਚਾ ਲਈ ਹੈ। ਪਰ ਇਹਦੇ ਵਿੱਚ 2 ਸ਼ੈਲਰ ਤਾਂ ਮੁੱਲਾਂਪੁਰ ਆ ਰਹੇ ਨੇਗੇ ਤੇ 1 ਸ਼ੈਲਰ ਇੱਥੇ ਹੋਰ ਆ ਰਿਹਾ ਅਹਿਮਦਗੜ੍ਹ ਕੋਲੇ, ਉਹ ਪੂਰੇ ਦਾ ਪੂਰਾ ਸ਼ੈਲਰ ਆ ਰਿਹਾ ਹੈਗਾ। ਹੁਣ ਜਦੋਂ ਸ਼ੈਲਰ ਆ ਰਿਹਾ ਤਾਂ ਕੋਈ ਕੈਟਾਗਰੀ ਨਹੀਂ ਹੈਗੀ, ਇੰਡਸਟਰੀਅਲ ਕੈਟਾਗਰੀ ਨਹੀਂ ਬਣੀ ਹੋਈ। ਜਾਂ ਤਾਂ ਇਹਨਾਂ ਕੋਲ ਐਗਰੀਕਲਚਰ ਕੈਟਾਗਰੀ ਹੈ, ਜਾਂ ਰੈਜ਼ੀਡੈਂਸ਼ੀਅਲ ਹੈ, ਜਾਂ ਕਮਰਸ਼ੀਅਲ ਹੈ, ਜਾਂ ਇੰਸਟੀਟਿਊਸ਼ਨਲ ਹੈ, ਉਹਦੇ ਵਿੱਚ ਇਹਨਾਂ ਨੁਕਸਾਨ ਨਹੀਂ ਹੁੰਦਾ। ਜਦੋਂ ਹੁਣ ਕਿਸੇ ਸ਼ੈਲਰ ਦੀ ਜਾਂ ਕਿਸੇ ਫੈਕਟਰੀ ਦੀ ਮਸ਼ੀਨਰੀ ਸ਼ਿਫਟ ਕੀਤੀ ਜਾਂਦੀ ਹੈ ਤਾਂ ਫਿਰ ਉਹਦਾ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਹੈਗਾ। ਅਸੀਂ ਉਹਦੇ ਲਈ ਪੁੱਛਿਆ ਦੀ ਵੀ ਉਹਦੇ ਲਈ ਤੁਸੀਂ ਕੀ ਕਰ ਰਹੇ ਹੋ? ਇਹ ਕਹਿੰਦੇ ਸਾਨੂੰ ਗਿਆਨ ਹੀ ਨਹੀਂ ਇਸ ਤਰ੍ਹਾਂ ਦਾ, ਅੱਜ ਤੱਕ ਸਾਨੂੰ ਇਹ ਇੱਕ ਪ੍ਰੋਬਲਮ ਫੇਸ ਹੀ ਨਹੀਂ ਕੀਤੀ ਅਸੀਂ। ਜੇ ਨਹੀਂ ਕੀਤੀ ਫਿਰ ਹੁਣ ਕਰ ਲਵੋ। ਇੰਡਸਟਰੀ ਡਿਪਾਰਟਮੈਂਟ ਤੋਂ ਤੁਸੀਂ ਡਾਟਾ ਲਾ ਲਓ ਕਿ ਅਗਰ ਅਸੀਂ ਮਸ਼ੀਨਰੀ ਸ਼ਿਫਟ ਕਰਨੀ ਹੁੰਦੀ ਹੈ ਤਾਂ ਸਾਡਾ ਕਿੰਨਾ ਖਰਚਾ ਆਉਂਦਾ ਹੈਗਾ। ਜਦੋਂ ਤੁਸੀਂ ਦਰੱਖਤਾਂ ਦਾ ਮੁੱਲ ਪਵਾਉਂਦੇ ਹੋ ਤਾਂ ਤੁਸੀਂ ਫੋਰੈਸਟ ਡਿਪਾਰਟਮੈਂਟ ਨੂੰ ਬੁਲਾ ਲੈਂਦੇ ਹੋ। ਜਦੋਂ ਤੁਸੀਂ ਕਿਸੇ ਮਕਾਨ ਦਾ, ਬਿਲਡਿੰਗ ਦਾ ਮੁੱਲ ਪਵਾਉਂਦੇ ਹੋ, ਤੁਹਾਡੇ ਕੋਲ PWD&R ਹੈਗੀ ਹੈ। ਤਾਂ ਫਿਰ ਜਦੋਂ ਇੱਕ ਮਸ਼ੀਨਰੀ ਸ਼ਿਫਟ ਹੋਣੀ ਆ, ਉਹਦੇ ਲਈ ਤੁਹਾਡੇ ਕੋਲ ਇੰਡਸਟਰੀ ਡਿਪਾਰਟਮੈਂਟ ਹੈ, ਤੁਸੀਂ ਉਹਦੀਆਂ ਰਿਕਮੈਂਡੇਸ਼ਨ ਨੂੰ ਮੰਨ ਲਓ। ਸੋ ਇਸ ਤਰ੍ਹਾਂ ਦੀਆਂ ਸਾਡੀਆਂ ਹੋਰ ਇਹਦੇ ਨਾਲ ਹੀ ਸੰਬੰਧਿਤ ਜਿਹੜੀਆਂ ਛੋਟੀਆਂ-ਮੋਟੀਆਂ ਹੋਰ ਪ੍ਰੋਬਲਮ ਨੇ। ਜਾਂ ਅਸੀਂ ਆਪਣੇ ਕਿਸਾਨਾਂ ਦੇ ਲਈ ਇਹ ਵੀ ਇੱਕ ਗੱਲ ਰੱਖੀ ਹੈਗੀ ਆ ਕਿ ਜਿਹੜੇ ਟੋਲ ਪਲਾਜ਼ੇ ਇਹਦੇ ਉੱਤੇ ਲੱਗਣਗੇ ਤਾਂ ਉਮਰ ਉਹਨਾਂ ਲੋਕਾਂ ਨੂੰ ਫ੍ਰੀ ਲੰਘਣ ਦੀ ਸਹੂਲਤ ਮਿਲਣੀ ਚਾਹੀਦੀ ਹੈ ਜਿਨ੍ਹਾਂ ਦੀ ਰੋਡ ਦੇ ਵਿੱਚ ਜ਼ਮੀਨ ਆਈ ਹੈ। ਇੰਨੀ ਫੈਸਿਲਿਟੀ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਅੱਛਾ, ਫਿਰ ਜਿਹਨਾਂ ਲੋਕਾਂ ਦੇ ਬਿਜ਼ਨਸ ਲਾਸ ਹੋਏ ਨੇ, ਕਿ ਕਿਸ ਦਾ ਪੈਟਰੋਲ ਪੰਪ ਆ ਗਿਆ, ਕਿਸ ਦਾ ਮੁਰਗੀ ਖਾਨਾ ਆ ਗਿਆ, ਉਹਨਾਂ ਨੂੰ ਤੁਸੀਂ ਬਿਜ਼ਨਸ ਲਾਸ ਉਹਦਾ ਕੀ ਪ੍ਰੋਵੀਜ਼ਨ ਹੈ, ਉਹ ਸਾਡੇ ਨਾਲ ਬੈਠ ਕੇ ਡਿਸਕਸ ਕਰੋ। ਅੱਛਾ, ਇੱਕ ਸਾਡੇ ਇੱਥੇ ਮੁਸ਼ਤਰਕਾ ਖਾਤੇ ਨੇਗੇ, ਸਾਂਝੇ ਖਾਤੇ ਨੇ। ਹੁਣ ਤੁਹਾਨੂੰ ਵੀ ਪਤਾ ਹੈਗਾ, ਭਾਈ ਆਪਸ 'ਚ ਵੰਡ ਲੈਂਦੇ ਨੇਗੇ, ਬਜ਼ੁਰਗਾਂ ਨੇ ਆਪਸ 'ਚ ਵੰਡ ਲੀਆਂ, ਅਮਲ ਨਹੀਂ ਕਰਾਇਆ, ਅਨਪੜ੍ਹਤਾ ਜ਼ਿਆਦਾ ਹੈ, ਅਗਿਆਨਤਾ ਜ਼ਿਆਦਾ ਹੈ। ਅਸੀਂ ਕਹਿੰਦੇ ਮੇਰੀ ਜ਼ਮੀਨ ਹੈ, ਮੈਂ ਵੰਡ ਲਈ, ਭਾਈਆਂ ਨੇ ਬਹਿ ਕੇ ਵੰਡ ਲਈ। ਉਦੋਂ ਤਾਂ ਭਾਈ ਇਮਾਨਦਾਰ ਹੁੰਦੇ ਨੇ, ਜਦੋਂ ਪੈਸਾ ਆ ਜਾਂਦਾ ਤਾਂ ਹਰ ਕੋਈ ਬੇਈਮਾਨ ਹੋ ਕੇ ਖੜ੍ਹ ਜਾਂਦਾ। ਉਹਦੇ ਪ੍ਰਤੀ ਅਸੀਂ ਇਹਨਾਂ ਨੂੰ ਇੱਕ ਫਾਰਮੂਲਾ ਦਿੱਤਾ ਹੈਗਾ ਵੀ ਤੁਸੀਂ ਸਾਡੇ ਮੁਸ਼ਤਰਕਾ ਖਾਤਿਆਂ ਦੇ ਪਿੱਛੇ ਸਾਨੂੰ ਡੰਡੇ ਨਾ ਫੜਾਓ, ਬਾਂਦਰਾਂ 'ਚ ਭੇਲੀ ਨਾ ਸੁੱਟੋ। ਤੁਸੀਂ ਇਸ ਤਰ੍ਹਾਂ ਕਰੋ, ਤੁਹਾਡਾ ਐਕਟ ਭਾਵੇਂ ਕੁਛ ਵੀ ਕਹਿੰਦਾ ਹੈਗਾ, ਮੋਡ ਆਫ ਪੇਮੈਂਟ ਦੇ ਬਾਰੇ ਤੁਸੀਂ ਸਾਫ਼ ਲਿਖ ਦਿੰਦੇ ਹੋ ਕਿ ਦਾ ਇੰਟਰਸਟਡ ਪਰਸਨ ਐਂਡ ਦਾ ਓਨਰ ਆਫ ਦਾ ਲੈਂਡ ਇਨ ਦਾ ਕਾਲਮ ਆਫ ਜਮਾਬੰਦੀ, ਅਸੀਂ ਉਸ ਨੂੰ ਪੇਮੈਂਟ ਕਰਨੀ ਹੈ। ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਤੁਸੀਂ ਜਿਹੜਾ ਕਾਬਜ਼ ਹੈ ਉਸ ਨੂੰ ਪੈਸੇ ਦੇ ਦਿਓ ਔਰ ਉਸ ਦਾ ਉਨਾ ਹਿੱਸਾ ਮੁਸ਼ਤਰਕਾ ਖਾਤੇ 'ਚੋਂ ਖ਼ਤਮ ਕਰ ਦਿਓ। ਇਹ ਤਾਂ ਸਰਕਾਰ ਆਪਣੇ ਆਪ ਕਰ ਸਕਦੀ ਹੈ। ਅੱਛਾ, ਜਿਹੜੀਆਂ ਸਾਡੀਆਂ ਤਕਸੀਮਾਂ ਪੈਂਡਿੰਗ ਪਈਆਂ ਨੇ ਉਹ ਤਕਸੀਮਾਂ ਨੂੰ ਨਿਬੇੜੋ। ਜਿਹੜੇ ਸਾਡੇ ਤਬਾਦਲਿਆਂ 'ਤੇ ਅਮਲ ਨਹੀਂ ਹੋਇਆ ਉਹ ਤਬਾਦਲਿਆਂ 'ਤੇ ਅਮਲ ਕਰਾਓ। ਇਹ ਛੋਟੀਆਂ-ਛੋਟੀਆਂ ਮੰਗਾਂ ਨੇ, ਇਹ ਕੋਈ ਪੈਸੇ ਨਾਲ ਸੰਬੰਧਿਤ ਮੰਗਾਂ ਨਹੀਂ, ਇਹ ਕੋਈ ਸੈਂਟਰ ਨਾਲ ਸੰਬੰਧਿਤ ਮੰਗਾਂ ਨਹੀਂ, ਇਹ ਸਾਡੀਆਂ ਸਟੇਟ ਨਾਲ ਸੰਬੰਧਿਤ ਮੰਗਾਂ ਨੇ, ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਿਤ ਮੰਗਾਂ ਨੇ। ਤੁਸੀਂ ਇਹ ਵੀ ਨਹੀਂ ਕਰ ਰਹੇ, ਇਹਦੇ ਲਈ ਵੀ ਸਾਨੂੰ ਦਰ ਭਟਕਣਾ ਫਿਰ ਰਿਹਾ ਹੈਗਾ। ਸੋ ਇਸ ਕਰਕੇ ਸਾਡਾ ਹੁਣ ਜਿਵੇਂ ਸੰਤੋਖਪੁਰੇ ਦਾ ਵਾਰਡ ਇਹਨਾਂ ਨੇ ਕਰ ਦਿੱਤਾ, ਅੱਛਾ ਉਹ ਤੇ ਮਲਟੀਪਲਾਇਰ ਨਹੀਂ ਦਿੱਤਾ, ਕਿਉਂਕਿ ਜਿਹੜੀ ਇਹਨਾਂ ਨੇ ਹੁਣ ਨੋਟੀਫਿਕੇਸ਼ਨ ਕੀਤੀ ਆ ਉਹ ਰੈਟਰੋਸਪੈਕਟਿਵ ਤਾਂ ਹੈ ਨਹੀਂ ਗੀ, ਉਹ ਤਾਂ ਵਿਦ ਇਮੀਡੀਏਟ ਇਫੈਕਟ ਕੀਤੀ ਹੈ। ਉਹਦੇ ਲਈ ਵੀ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਜਾਂ ਤਾਂ ਇਹਨੂੰ ਰੈਟਰੋਸਪੈਕਟਿਵ ਕਰੋ, 1/1/14 ਤੋਂ ਲਾਗੂ ਕਰੋ, ਨਹੀਂ ਫਿਰ ਉਹ ਵਾਰਡ ਨੂੰ ਰਿਵਾਈਜ਼ ਕਰਕੇ ਨਵਾਂ ਬਣਾਓ। ਉਹਨਾਂ ਲੋਕਾਂ ਦਾ ਤਾਂ ਬਹੁਤ ਲੋਸ ਹੋਊਗਾ। ਸੋ ਇਸ ਤਰ੍ਹਾਂ ਸਾਡਾ ਇੱਕ ਇਹ 24-25 ਸੂਤਰੀ ਮੰਗ ਪੱਤਰ ਹੈ, ਜਿਹਦੀਆਂ ਬਹੁਤ ਸਾਰੀਆਂ ਮੰਗਾਂ
ਮੈਂ ਇੱਥੇ ਦੱਸੀਆਂ ਨੇ, ਤੇ ਬਹੁਤ ਸਾਰੀਆਂ ਮੰਗਾਂ ਸਾਡੀਆਂ ਇਹਨਾਂ ਨਾਲ ਬਹਿ ਕੇ ਡਿਸਕਸ ਕਰਨ ਵਾਲੀਆਂ ਨੇ ਤੇ ਉਹਨਾਂ ਦਾ ਹੱਲ ਲੱਭਣ ਵਾਲਾ ਹੈ। ਜਿਵੇਂ ਸਰਕਾਰ ਨੇ ਅੱਜ ਦੇ ਧਰਨੇ ਤੋਂ ਬਾਅਦ 30 ਮਈ ਦੀ ਮੀਟਿੰਗ ਤੁਹਾਡੇ ਦੁਆਰੇ ਤੋਂ ਰੱਖ ਦਿੱਤੀ ਹੈ, ਕੀ ਹੁਣ ਇਹ ਧਰਨਾ ਸਮਾਪਤ ਕਰ ਦਿੱਤਾ ਜਾਊਗਾ? ਨਹੀਂ, ਅਸੀਂ ਇਹ ਧਰਨਾ ਇੱਥੋਂ ਸਮਾਪਤ ਨਹੀਂ ਕਰ ਰਹੇ। ਇਹ ਧਰਨਾ ਸਾਡਾ ਇੱਥੇ ਸੰਕੇਤਕ ਰਹੂਗਾ, ਪਰ ਬਹੁਤ ਥੋੜੇ ਬੰਦੇ ਇੱਥੇ ਰਹਿਣਗੇ। ਹਾਂ, ਜਿਵੇਂ ਪਹਿਲਾਂ ਇੱਥੇ ਕੱਲ੍ਹ ਸਾਡਾ ਇੱਥੇ 200 ਬੰਦਾ ਬੈਠਾ ਸੀ, ਅੱਜ ਅਸੀਂ ਇੱਥੇ ਘੱਟੋ ਘੱਟ 50 ਤੋਂ 100 ਬੰਦਾ ਛੱਡ ਕੇ ਜਾਵਾਂਗੇ। 30 ਤਰੀਕ ਦੇ ਵਿੱਚ ਵੀ 2 ਦਿਨ ਰਹਿ ਗਏ, 27, 28 ਤੇ 29। 30 ਤਰੀਕ ਨੂੰ ਅਗਰ ਸਾਨੂੰ ਕੋਈ ਫਰੂਟਫੁੱਲ, ਅਗਰ ਸਾਡੀ ਇੱਛਾ ਦੇ ਅਨੁਸਾਰ ਸਮਝੌਤਾ ਹੋ ਜਾਂਦਾ ਹੈ, ਤਾਂ ਇਸੇ ਧਰਨੇ ਤੇ ਆ ਕੇ ਅਸੀਂ ਆਪਣੇ ਧਰਨੇ ਦਾ ਭੋਗ ਪਾਉਣਾ ਹੈ। ਅਗਰ ਨਹੀਂ ਹੁੰਦਾ ਤਾਂ ਫਿਰ ਇਹ ਧਰਨਾ ਇੱਥੋਂ ਹੀ ਕੰਟੀਨਿਊ ਰਹੂਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਇਹ ਸਨ ਸਰਦਾਰ ਸੁਖਦੇਵ ਸਿੰਘ ਢਿੱਲੋਂ, ਜਿਨ੍ਹਾਂ ਨੇ ਦੱਸਿਆ ਹੈ ਵੀ ਜੋ ਸਰਕਾਰ ਨੇ ਇੱਕ ਵਾਰ 30 ਦੀ ਮੀਟਿੰਗ ਬੁਲਾ ਰਹੀ ਹੈ, ਪਰ ਇਹਨਾਂ ਦੀਆਂ ਮੰਗਾਂ ਹੈ, ਸਰਕਾਰ 30 ਦੀ ਮੀਟਿੰਗ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ, ਪਰ ਇਹ ਧਰਨਾ ਜਿਹੜਾ ਉਵੇਂ ਦੀ ਉਵੇਂ ਜਾਰੀ ਰਹੂਗਾ। ਪਰ ਬਹੁਤ ਥੋੜੇ ਕਿਸਾਨਾਂ ਦੇ ਨਾਲ, ਤਕਰੀਬਨ ਇੱਕ ਜ਼ਿਲ੍ਹੇ 'ਚੋਂ 10 ਕਿਸਾਨ ਇੱਥੇ ਮੌਜੂਦ ਰਹਿਣਗੇ। ਅਗਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਧਰਨਾ ਉਵੇਂ ਦੀ ਉਵੇਂ ਜਾਰੀ ਰਹੇਗਾ। ਕੈਮਰਾਮੈਨ ਅਮਰਤਪਾਲ ਸਿੰਘ ਦੇ ਨਾਲ ਮੈਂ ਅਰਮਾਨ ਧਾਲੀਵਾਲ, ਪਟਿਆਲਾ। ਧੰਨਵਾਦ।